ਸਰ ਬੀਤੇ ਦਿਨੀ ਅਸੀਂ ਦੇਖਿਆ ਕਿ ਬਿਕਰਮ ਸਿੰਘ ਮਜੀਠੀਆ ਤੇ ਡਰੱਗ ਕੇਸ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ। ਉਹਨਾਂ ਦੇ ਖਿਲਾਫ FIR ਦਰਜ ਕੀਤੀ ਗਈ DGP ਦੇ ਵੱਲੋਂ ਤੇ ਉਸ ਤੋਂ ਬਾਅਦ ਹਜੇ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਪਰ ਤੇ ਉਸ ਕੇਸ ਨੂੰ ਲੈ ਕੇ ਕਾਫੀ ਸਿਆਸਤ ਹਜੇ ਵੀ ਭਖੀ ਹੋਈ ਹੈ ਤੇ ਇੱਕ ਦੂਜੇ ਦੇ ਉੱਤੇ ਬਿਆਨਬਾਜ਼ੀਆਂ ਹੋ ਰਹੀਆਂ ਨੇ। ਕੋਈ ਇਸ ਨੂੰ ਬਦਲਾਖੋਰੀ ਦੀ ਭਾਵਨਾ ਦੱਸ ਰਿਹਾ ਹੈ, ਕੋਈ ਦੱਸ ਰਿਹਾ ਕਿ ਨਹੀਂ ਜੋ ਹਾਈ ਕੋਰਟ ਦੀ ਰਿਪੋਰਟ ਸੀ ਉਸ ਦੇ ਤਹਿਤ ਹੀ ਇਹ ਫੈਸਲਾ ਲਿਆ ਗਿਆ ਹੈ। ਤਾਂ ਇਸ ਸਭ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? देखो ये जसबीर जी दो तीन पहलू ने इशू के। एक तो है पोलीटिकल पहलू और एक है ड्रग्स के उत्ते हथ पाण लई कीती हुई कार्रवाई। कोई ਇਹੋ ਜਿਹੇ क्लूज ਤੁਹਾਡੇ ਕੋਲ नहीं ਹੁੰਦੇ कि ਜਿਹਦੇ ਨਾਲ ਤੁਸੀਂ ਐਸਟੈਬਲਿਸ਼ ਕਰ ਸਕੋ कि ਵਿਕਰਮ ਮਜੀਠੀਆ ਦਾ ड्रग्स तस्करी ਦੇ ਮਾਮਲੇ ਦੇ ਵਿੱਚ ਸਿੱਧਾ ਸਿੱਧਾ ਹੱਥ ਹੈ। ਉਦੋਂ ਤੱਕ ਲੋਕਾਂ ਦੇ ਦਿਮਾਗਾਂ ਦੇ ਵਿੱਚ ਵੀ ਇਹ ਗੱਲ ਨਹੀਂ ਜਾਂਦੀ। ਤਾਂ ਅਦਰਵਾਈਜ਼ ਜੇ ਤੁਸੀਂ ਐਸਟੈਬਲਿਸ਼ ਕਰਤਾ ਤਾਂ ਪੋਲੀਟੀਕਲ ਤੌਰ ਤੇ ਮੈਨੂੰ ਨਹੀਂ ਲੱਗਦਾ ਕਿ ਵਿਕਰਮ ਮਜੀਠੀਆ ਫਿਰ ਉੱਠ ਪਾਣਗੇ। ਇਹ ਬਹੁਤ ਕਲੈਰਿਟੀ ਨਾਲ ਦੱਸਣਾ ਕਿ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਉਹ ਹਰ ਚੀਜ਼ ਬਰਦਾਸ਼ਤ ਕਰਦੇ, ਕਤਲ ਵੀ ਬਰਦਾਸ਼ਤ ਕਰ ਸਕਦੇ ਵੀ ਕੋਈ ਬੰਦਾ ਕਤਲ ਕਰਿਆ ਹੈ ਉਹਨੂੰ ਵੀ ਕੋਈ ਗੱਲ ਨਹੀਂ, ਪਰ ਨਸ਼ੇ ਦੀ ਤਸਕਰੀ ਕਰਦਾ ਹੋਵੇ ਬੰਦਾ ਇਹ ਬਰਦਾਸ਼ਤ ਨਹੀਂ ਹੁੰਦਾ। ਸਰ ਆਪਾਂ ਜੇਕਰ ਪੰਜਾਬ ਦੇ ਇੱਕ ਹੋਰ ਮੁੱਦੇ ਦੀ ਗੱਲ ਕਰੀਏ ਤਾਂ ਇਹ ਬੇਅਦਬੀਆਂ ਦਾ। ਅਸੀਂ ਵੇਖਿਆ ਕਿ ਕਾਫੀ ਲੰਬੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੁੰਦੀਆਂ ਆ ਰਹੀਆਂ ਨੇ। ਹੁਣ ਸੁਣ 'ਚ ਆਇਆ ਕਿ ਹਿੰਦੂ ਗ੍ਰੰਥ ਦੀਆਂ ਵੀ ਬੇਅਦਬੀ ਕੀਤੀ ਗਈ ਹੈ। ਜੀ। ਤਾਂ ਜੇਕਰ ਆਪਾਂ ਪੁਰਾਣੇ ਟਾਈਮ ਤੋਂ ਹੀ ਦੇਖੀਏ ਹਜੇ ਤੱਕ ਕਿਸੇ ਵੀ ਬੇਅਦਬੀ ਦਾ ਇਨਸਾਫ ਸੰਗਤਾਂ ਨੂੰ ਨਹੀਂ ਮਿਲਿਆ। ਤਾਂ ਇਸ ਦੇ ਉੱਤੇ ਸੁਖਜਿੰਦਰ ਸਿੰਘ ਰੰਧਾਵਾ ਗੱਲ ਕਰਦੇ ਨੇ ਕਿ ਉਹਨਾਂ ਨੇ ਗ੍ਰਹਿ ਮੰਤਰੀ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਉਹਨਾਂ ਗੱਲ ਕੀਤੀ ਹੈ ਕਿ ਪੰਜਾਬ ਵਿਧਾਨ ਸਭਾ ਵੱਲੋਂ ਇੱਕ ਐਕਟ ਪਾਸ ਕੀਤਾ ਗਿਆ ਸੀ ਜਿਹਦੇ ਵਿੱਚ ਕਿ ਬੇਅਦਬੀ ਕਿਸੇ ਵੀ ਚਾਹੇ ਧਾਰਮਿਕ ਗ੍ਰੰਥੀ ਹੋਵੇ ਉਸ ਦੀ ਬੇਅਦਬੀ ਕਰਨ ਵਾਲੇ ਨੂੰ ਉਮਰ ਕੈਦ ਦੀ ਸਜ਼ਾ ਵਾਸਤੇ ਜਿਹੜਾ ਪ੍ਰੋਵੀਜ਼ਨ ਉਹ ਰੱਖਿਆ ਗਿਆ ਹੈ। ਤਾਂ ਇਸ ਸਭ ਬਾਰੇ ਤੁਸੀਂ ਕੀ ਕਹੋਗੇ? ਦੇਖੋ ਬਿਲਕੁਲ ਠੀਕ ਗੱਲ ਹੈ ਤੁਹਾਡੀ ਕਿ ਇਹ ਪਹਿਲਾਂ ਜਿਹੜਾ ਇਹ ਵਾਲਾ ਐਕਟ ਸੀਗਾ ਉਹ ਖੁਦ ਜਦੋਂ 2015-16 ਦੇ ਵਿੱਚ ਬੇਅਦਬੀਆਂ ਲਗਾਤਾਰ ਹੋਈਆਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਫਿਰ ਉਸ ਤੋਂ ਬਾਅਦ ਲਗਾਤਾਰ ਹੀ ਕਈ ਹੋਈਆਂ ਹੈ ਨਾ, ਤੇ ਉਦੋਂ ਵੀ ਇਹ ਵਿਧਾਨ ਸਭਾ ਦੇ ਵਿੱਚ ਇੱਕ ਐਕਟ ਆਇਆ ਸੀਗਾ ਕਿ ਮੌਤ ਦੀ ਸਜ਼ਾ ਦਿੱਤੀ ਜਾਏ। ਤੇ ਉਦੋਂ ਵੀ ਕਾਫੀ ਬਹਿਸ ਜਿਹੜੀ ਸੀ ਕਿ ਫਿਰ ਇਕੱਲੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੀ ਮੌਤ ਦੀ ਸਜ਼ਾ ਕਿਉਂ, ਬਾਕੀ ਜਿਹੜੇ ਧਾਰਮਿਕ ਗ੍ਰੰਥ ਹੈ ਉਹਨਾਂ ਨੂੰ ਵੀ ਕਿਉਂ ਨਹੀਂ। ਸਰ ਇੱਕ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਚਰਚਾ ਚੱਲਦੀ ਹੈ ਅੱਜ ਕੱਲ੍ਹ ਤੇ ਕਿਹਾ ਜਾ ਰਿਹਾ ਕਿ ਜਿਵੇਂ ਹੁਣ ਚੋਣਾਂ ਦਾ ਸਮੇਂ ਨਜ਼ਦੀਕ ਆ ਰਿਹਾ ਤਾਂ 26 ਜਨਵਰੀ ਨੂੰ ਹੋ ਸਕਦਾ ਪ੍ਰਧਾਨ ਮੰਤਰੀ ਆਪਣਾ ਪੰਜਾਬ ਆਉਣ ਤਾਂ ਉਸ ਟਾਈਮ ਹੋ ਸਕਦਾ ਇੱਕ ਐਲਾਨ ਹੀ ਕਰ ਦੇਣ ਸਿਰਫ ਕਿ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਗੱਲ ਕੀਤੀ ਜਾਊਗੀ। ਤਾਂ ਤੁਹਾਨੂੰ ਕੀ ਲੱਗਦਾ ਇਸ ਬਾਰੇ? ਦੇਖੋ ਚੰਡੀਗੜ੍ਹ ਪੰਜਾਬ ਨੂੰ ਦੇਣਾ ਜਾਂ ਨਾ ਦੇਣਾ ਇਹ ਹੁਣ ਟੋਟਲੀ ਇੱਕ ਪੋਲੀਟੀਕਲ ਮਸਲਾ ਔਰ ਇੱਕ ਰਸਮੀ ਮਸਲਾ। ਇਹਦੇ ਉੱਤੇ ਕੋਈ ਕੰਮ ਨਹੀਂ ਹੁੰਦਾ ਸਿਵਾਏ ਜਦੋਂ ਇਲੈਕਸ਼ਨ ਨੇੜੇ ਆਉਂਦੇ ਨੇ ਉਹਨਾਂ ਦਿਨਾਂ 'ਚ ਇਹ ਇਸ਼ੂ ਬਾਹਰ ਆ ਜਾਂਦਾ, ਥੋੜ੍ਹੀ ਦਿਨ ਇਸ 'ਤੇ ਚਰਚਾ ਚੱਲਦੀ ਹੈ ਔਰ ਫਿਰ ਇਹ ਖਤਮ ਹੋ ਜਾਂਦਾ। ਜੋ ਇਲੈਕਸ਼ਨ ਖਤਮ ਉੱਦਾਂ ਖਤਮ। ਤੇ ਕਿਉਂਕਿ ਇਹ ਚੰਡੀਗੜ੍ਹ ਪੰਜਾਬ ਨੂੰ ਦੇਣਾ ਕਿਸੇ ਵੀ ਸਰਕਾਰ ਦੀ ਉਹਦੀ ਪ੍ਰਾਇੋਰਟੀ ਲਿਸਟ 'ਚ ਹੈ ਹੀ ਨਹੀਂ। ਦੂਸਰਾ, ਜਦੋਂ ਚੰਡੀਗੜ੍ਹ ਤੋਂ ਤੁਸੀਂ ਪੁੱਛਦੇ ਹੋ, ਚੰਡੀਗੜ੍ਹ ਦੇ ਲੋਕਾਂ ਤੋਂ ਤੁਸੀਂ ਪੁੱਛਦੇ ਹੋ ਤਾਂ ਕੋਈ ਵੀ ਪੰਜਾਬ ਜਾਂ ਹਰਿਆਣਾ 'ਚ ਨਹੀਂ ਜਾਣਾ ਚਾਹੁੰਦਾ। ਉਹ ਕਹਿੰਦਾ ਕਿ ਨਹੀਂ ਜੀ ਇਹਨੂੰ UT ਹੀ ਬਣਾ ਕੇ ਰੱਖੋ। ਸਤਿ ਸ਼੍ਰੀ ਅਕਾਲ। ਪੰਜਾਬ ਸਟਾਰ TV ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਜਸਬੀਰ ਸਿੰਘ ਸਵਾਗਤ ਕਰਦਾ ਹਾਂ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਪੈਸ਼ਲ ਰਿਪੋਰਟ। ਇਸ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਦੇ ਹਾਂ ਪੰਜਾਬ ਨਾਲ ਜੁੜੇ ਕੁਝ ਅਹਿਮ ਮੁੱਦਿਆਂ ਦੇ ਬਾਰੇ ਵਿੱਚ, ਜਿਨ੍ਹਾਂ ਬਾਰੇ ਵਿਸਥਾਰ ਨਾਲ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਇੰਦਰਪ੍ਰੀਤ ਸਿੰਘ ਜੀ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਰ ਬੀਤੇ ਦਿਨੀ ਅਸੀਂ ਦੇਖਿਆ ਕਿ ਬਿਕਰਮ ਸਿੰਘ ਮਜੀਠੀਆ ਤੇ ਡਰੱਗ ਕੇਸ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ। ਉਹਨਾਂ ਦੇ ਖਿਲਾਫ FIR ਦਰਜ ਕੀਤੀ ਗਈ DGP ਦੇ ਵੱਲੋਂ ਤੇ ਉਸ ਤੋਂ ਬਾਅਦ ਹਜੇ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਪਰ ਤੇ ਉਸ ਕੇਸ ਨੂੰ ਲੈ ਕੇ ਕਾਫੀ ਸਿਆਸਤ ਹਜੇ ਵੀ ਭਖੀ ਹੋਈ ਹੈ ਤੇ ਇੱਕ ਦੂਜੇ ਦੇ ਉੱਤੇ ਬਿਆਨਬਾਜ਼ੀਆਂ ਹੋ ਰਹੀਆਂ ਨੇ। ਕੋਈ ਇਸ ਨੂੰ ਬਦਲਾਖੋਰੀ ਦੀ ਭਾਵਨਾ ਦੱਸ ਰਿਹਾ ਹੈ, ਕੋਈ ਦੱਸ ਰਿਹਾ ਕਿ ਨਹੀਂ ਜੋ ਹਾਈ ਕੋਰਟ ਦੀ ਰਿਪੋਰਟ ਸੀ ਉਸ ਦੇ ਤਹਿਤ ਹੀ ਇਹ ਫੈਸਲਾ ਲਿਆ ਗਿਆ ਹੈ। ਤਾਂ ਇਸ ਸਭ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਇਹਦੇ ਜਸਬੀਰ ਜੀ ਦੋ ਤਿੰਨ ਪਹਿਲੂ ਨੇ ਇਸ਼ੂ ਦੇ। ਇੱਕ ਤਾਂ ਹੈ ਪੋਲੀਟੀਕਲ ਪਹਿਲੂ ਔਰ ਇੱਕ ਹੈ ਡਰੱਗਸ ਦੇ ਉੱਤੇ ਹੱਥ ਪਾਉਣ ਲਈ ਕੀਤੀ ਹੋਈ ਕਾਰਵਾਈ। ਸੋ ਜਿਹੜਾ ਪਹਿਲਾਂ ਪੋਲੀਟੀਕਲ ਇਸ਼ੂ ਦੇ ਉੱਤੇ ਅਸੀਂ ਅਗਰ ਗੱਲ ਕਰੀਏ ਤਾਂ 2017 ਦੇ ਵਿੱਚ ਕਾਂਗਰਸ ਨੇ ਇਸ ਨੂੰ ਬਹੁਤ ਬੜਾ ਇਸ਼ੂ ਬਣਾਇਆ ਸੀ। ਕਾਂਗਰਸ ਨੇ ਨਹੀਂ, ਈਵਨ ਆਮ ਆਦਮੀ ਪਾਰਟੀ ਨੇ ਵੀ ਬਹੁਤ ਇਸ਼ੂ ਬਣਾਇਆ ਸੀ। ਪਰ ਆਮ ਆਦਮੀ ਪਾਰਟੀ
ਦੇ ਅਰਵਿੰਦ ਕੇਜਰੀਵਾਲ ਵੱਲੋਂ ਜਿਹੜੀ ਮਾਫੀ ਮੰਗੀ ਗਈ ਇਸ ਇਸ਼ੂ ਨੂੰ ਲੈ ਕੇ ਵਿਕਰਮ ਮਜੀਠੀਆ ਤੋਂ, ਉਸ ਤੋਂ ਬਾਅਦ ਇਹ ਬਹੁਤ ਹੀ ਪਾਰਟੀ ਇਸ 'ਤੇ ਬਹੁਤ ਢਿੱਲੀ ਪੈ ਗਈ। ਅਤੇ ਨੈਚੁਰਲੀ ਹੈ ਵੀ ਜਿਸ ਇਸ਼ੂ ਨੂੰ ਤੁਸੀਂ ਉਠਾਇਆ ਔਰ ਉਸ ਦੇ ਉੱਤੇ ਹੀ ਤੁਸੀਂ ਮਤਲਬ ਮਾਫੀ ਮੰਗ ਲਈ ਹੈ ਉਸ ਬੰਦੇ ਤੋਂ ਹੀ ਜਿਹਦੇ ਖਿਲਾਫ ਤੁਸੀਂ ਆਰੋਪ ਲਗਾ ਰਹੇ ਹੋ, ਤਾਂ ਉਹਦੇ ਨਾਲ ਕੀ ਹੋਇਆ ਕਿ ਪਾਰਟੀ ਵੀ ਕਮਜ਼ੋਰ ਹੋ ਗਈ, ਪਾਰਟੀ ਟੁੱਟ ਵੀ ਗਈ। ਖਹਿਰਾ ਵਰਗੇ ਤੁਸੀਂ ਦੇਖੋ ਕਿੰਨੇ ਸਾਰੇ 7-8 ਉਹਨਾਂ ਦੇ MLA ਨਿਕਲ ਗਏ ਪਾਰਟੀ 'ਚੋਂ। ਪਲੱਸ ਦੂਜਾ ਜਿਹੜੀ ਲੋਕਾਂ ਦੇ ਵਿੱਚ ਆਪਣੀ ਇੱਕ ਉਹ ਬਣਾਉਣੀ ਸੀ ਛਵੀ, ਉਹ ਵੀ ਚੌਪਟ ਹੋ ਗਈ। ਇਸੇ ਤਰ੍ਹਾਂ ਹੀ ਕਾਂਗਰਸ 2014 ਤੋਂ ਹੀ ਲਗਾਤਾਰ ਇਹਦੇ 'ਤੇ ਮਤਲਬ ਇਸ਼ੂ ਨੂੰ ਮਤਲਬ ਕ੍ਰੌਪ ਅਪ ਕਰ ਰਹੀ ਹੈ, ਬਹੁਤ ਜ਼ਿਆਦਾ ਉਹਨੂੰ ਭਖਾ ਰਹੀ ਹੈ, ਪਰ ਇਹ ਇੰਨਾ ਹੋਇਆ ਨਹੀਂ। ਹੋਇਆ ਜਾ ਕੇ ਜਦੋਂ 2017 ਦੇ ਇਲੈਕਸ਼ਨਸ ਦੇ ਵਿੱਚ ਪਾਰਟੀ ਨੇ ਇਹਨੂੰ ਇਸ਼ੂ ਬਣਾਇਆ ਔਰ ਉਦੋਂ ਫਿਰ ਮਤਲਬ ਬਹੁਤ ਉਹਨੂੰ ਇਹਦਾ ਮੈਂਡੇਟ ਵੀ ਮਿਲਿਆ, ਲੋਕਾਂ ਨੇ 77 ਸੀਟਾਂ ਜਿਤਾ ਕੇ ਪਾਰਟੀ ਨੂੰ ਵਿਧਾਨ ਸਭਾ 'ਚ ਭੇਜਿਆ। ਸੋ ਜਿਹੜੀ ਇਹ ਦੋ ਚੀਜ਼ਾਂ ਸੀ। ਹੁਣ ਪਿਛਲੇ ਲੇਕਿਨ 4.5 ਸਾਲ ਜੇ ਤੁਸੀਂ ਦੇਖਿਆ ਹੋਵੇ ਤਾਂ ਇਹਦੇ ਉੱਤੇ ਤਾਂ ਕੋਈ ਕਾਰਵਾਈ ਹੋਈ ਨਹੀਂ ਸੀ ਰਹੀ। ਡਰੱਗਸ ਦੇ ਮਾਮਲੇ 'ਤੇ ਖਾਸ ਤੌਰ 'ਤੇ ਕੋਈ ਕਾਰਵਾਈ ਨਹੀਂ ਹੋਈ। STF ਨੇ ਦਾ ਗਠਨ ਜ਼ਰੂਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕੀਤਾ। ਉਹ ਦੂਜੇ ਜਿਹੜੇ ਪਿਟੀ ਜੇ ਮਤਲਬ ਤਸਕਰ ਜੇ ਹੁੰਦੇ ਆ, ਛੋਟੇ ਛੋਟੇ 10-10 ਗ੍ਰਾਮ ਅਸੀਂ ਵੇਚਣ ਵਾਲੇ, ਉਹਨਾਂ ਨੂੰ ਤਾਂ ਚੱਕ ਕੇ ਜ਼ਰੂਰ ਉਹਨਾਂ ਨੇ ਅੰਦਰ ਕਰਦੇ ਰਹੇ, ਪਰ ਵੱਡੇ ਕਿਸੇ ਮਤਲਬ ਉਹਨੂੰ ਉਹਨਾਂ ਨੇ ਹੱਥ ਨਹੀਂ ਪਾਇਆ। ਜਦਕਿ 2014 ਤੋਂ ਲੈ ਕੇ 2017 ਤੱਕ ਵਿਕਰਮ ਮਜੀਠੀਆ ਨੂੰ ਇਸ ਇਸ਼ੂ ਦੇ ਉੱਤੇ ਉਦੋਂ ਬਹੁਤ ਘੇਰਿਆ ਗਿਆ ਜਦੋਂ ਜਗਦੀਸ਼ ਭੋਲਾ ਨੇ ਸਿੱਧਾ ਵਿਕਰਮ ਮਜੀਠੀਆ ਦਾ ਨਾਮ ਲੈਤਾ ਕਿ ਉਹ ਡਰੱਗ ਤਸਕਰੀ ਦੇ ਵਿੱਚ ਇਨਵੋਲਵ ਹੈ ਸਾਡੇ ਨਾਲ। ਤਾਂ ਉਹ ਜਿਹੜੇ ਇਹ ਪੋਲੀਟੀਕਲ ਇਸ਼ੂ ਤਾਂ ਬਣਦਾ ਰਿਹਾ, ਲੇਕਿਨ ਜਦੋਂ ਕਾਰਵਾਈ ਕਰਨ ਦੀ ਵਾਰੀ ਆਈ ਤਾਂ ਪੂਰੇ 4.5 ਸਾਲ ਇਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਤੁਸੀਂ ਦੇਖਿਓ, ਇਸ ਕਰਕੇ ਜਿਹੜੀ ਪਾਰਟੀ ਇਸ ਨੂੰ ਭਖਾ ਰਹੀ ਸੀ ਉਹੀ ਪਾਰਟੀ ਕਟਘਰੇ 'ਚ ਖੜੀ ਹੋ ਗਈ। ਉਹਨਾਂ ਦੇ ਆਪਣੇ ਹੀ ਬੰਦਿਆਂ ਨੇ, ਈਵਨ ਪਹਿਲਾਂ ਤਾਂ ਨਵਜੋਤ ਸਿੰਘ ਸਿੱਧੂ ਨੇ, ਫਿਰ ਸੁਖਜਿੰਦਰ ਰੰਧਾਵਾ ਨੇ, ਹੋਰ ਇਸ ਤਰ੍ਹਾਂ ਦੇ ਕਈ ਜਿਹੜੇ ਬੰਦੇ, ਚਰਨਜੀਤ ਚੰਨੀ ਹੋਣਾ ਨੇ, ਸੁਨੀਲ ਜਾਖੜ ਹੋਣਾ ਨੇ, ਕਈ ਵਾਰ ਇਹ ਇਸ਼ੂ ਨੂੰ ਉਠਾਇਆ ਵੀ ਇਹਦੇ 'ਤੇ ਕਾਰਵਾਈ ਕਰਨੀ ਬਣਦੀ ਹੈ, ਅਦਰਵਾਈਜ਼ ਅਸੀਂ ਲੋਕਾਂ ਕੋਲੇ ਕਿਵੇਂ ਜਾਵਾਂਗੇ ਕੰਮ ਮਤਲਬ ਇਹ ਗੱਲ ਕਰਨ ਲਈ ਕਿ ਅਸੀਂ ਕੀ ਕੀਤਾ ਇਸ ਇਸ਼ੂ ਦੇ। ਤੇ ਲੇਕਿਨ ਨਹੀਂ ਹੋਇਆ। 4.5 ਸਾਲ ਬਾਅਦ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਸ਼ੂ ਦੇ ਉੱਤੇ ਵੀ ਕਿਉਂਕਿ ਕੁਝ ਨਹੀਂ ਹੋ ਰਿਹਾ ਸੀ ਔਰ STF ਦੀ SIT ਦੀ ਰਿਪੋਰਟ ਪੰਜਾਬ ਹਰਿਆਣਾ ਹਾਈ ਕੋਰਟ ਨੇ ਰੱਦ ਕਰਤੀ, ਤਾਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਇੱਕਦਮ ਬਗਾਵਤੀ ਸੁਰਾਂ ਤੇਜ਼ ਹੋ ਗਈਆਂ ਔਰ ਉਹਨਾਂ ਨੂੰ ਲਾਤਾ ਉਹਨਾਂ ਨੇ। ਔਰ ਖੁਦ ਸੁਖਜਿੰਦਰ ਰੰਧਾਵਾ ਹੋਣੀ ਜਿਹੜੇ ਹੈਗੇ ਆ ਹੋਮ ਮਿਨਿਸਟਰ ਬਣ ਕੇ ਉਹਨਾਂ ਨੇ ਫਿਰ ਇਹ ਕੀਤਾ। ਇਹ ਫਿਰ ਵੀ ਢਿੱਲਾ ਹੀ ਰਹਿਣਾ ਸੀ, ਇਹਨਾਂ ਦੀ ਸਰਕਾਰ ਵੇਲੇ ਵੀ ਉਹ ਢਿੱਲਾ ਹੀ ਰਹਿਣਾ ਸੀ ਜੇ ਮੌਜੂਦਾ DGP ਜਿਹੜੇ ਹੁਣ ਨੇ ਸਿਧਾਰਥ ਚੱਟੋਪਾਧਿਆਏ, ਉਹ ਇਹਨੂੰ ਇਸ 'ਤੇ ਪਰਚਾ ਨਾ ਕਰਦੇ, ਕਿਉਂਕਿ ਉਹ ਪਹਿਲਾਂ ਵੀ ਉਹਨਾਂ ਨੇ ਜਿਹੜੀ ਪਿਛਲੀ ਕੈਪਟਨ ਸਰਕਾਰ ਦੀ ਸੀਗੀ, ਪਿਛਲਾ ਕਾਰਜਕਾਲ ਜਦੋਂ 2002 ਤੋਂ ਲੈ ਕੇ 2007 ਤੱਕ ਸੀ, ਉਸ ਦੌਰਾਨ ਵੀ ਸਿਧਾਰਥ ਚੱਟੋਪਾਧਿਆਏ ਦੇ ਕੋਲ ਹੀ ਸੀ ਉਹਨਾਂ ਦੇ ਖਿਲਾਫ ਜਿਹੜਾ ਕਰਪਸ਼ਨ ਦੇ ਚਾਰਜਸ ਸੀਗੇ, ਉਹਦੀ ਸਾਰੀ ਮਤਲਬ ਇਨਕੁਆਇਰੀ ਹੈ ਵਗੈਰਾ ਜੋ ਹੈ ਉਹ ਇਹਨਾਂ ਨੇ ਹੀ ਕੀਤੀਆਂ, ਉਹੀ ਇਹਦੇ ਹੀ ਉਹ ਮਤਲਬ ਮੁਖੀ ਸੀਗੇ। ਕਿਹਾ ਵੀ ਇਹ ਜਾਂਦਾ ਕਿ ਉਹਨਾਂ ਦੀ ਅਕਾਲੀਆਂ ਨਾਲ ਬਹੁਤ ਲਾਗ ਡਾਟ ਵੀ ਹੈਗੀ ਹੈ। ਤਾਂ ਉਹ ਹੁਣ ਮੌਕਾ ਜਦੋਂ ਉਹਨਾਂ ਨੂੰ ਮਿਲਿਆ ਤਾਂ ਸਰਕਾਰ ਨੇ ਮਤਲਬ ਪਰਚਾ ਦਰਜ ਕਰਤਾ। ਹੁਣ ਸਵਾਲ ਇਹ ਹੈ ਵੀ ਪਰਚਾ ਦਰਜ ਕਰਨਾ ਹੀ ਇੱਕ ਉਹ ਹੈ ਜਾਂ ਇਸ ਤੇ ਅੱਗੇ ਵੀ ਜਾਣਾ ਹੈ। ਹੁਣ ਉਸ 'ਚ ਦੋ ਚੀਜ਼ਾਂ ਆਉਣਗੀਆਂ। ਪਹਿਲੀ ਕਿ ਵਿਕਰਮ ਮਜੀਠੀਆ ਹੋਣੀ ਆਪਣੀ ਮਤਲਬ ਅਗਰਿਮ ਜ਼ਮਾਨਤ ਲੈਣ ਗ੍ਰਿਫਤਾਰੀ ਤੋਂ ਬਚਣ ਵਾਸਤੇ। ਕਹਿ ਰਿਹਾ ਵੀ ਕੱਲ੍ਹ ਉਹਨਾਂ ਨੇ ਬਹੁਤ ਛਾਪੇਮਾਰੀ ਕੀਤੀ, ਪੁਲਿਸ ਨੇ ਇੱਧਰ ਗਏ ਉੱਧਰ ਗਏ, ਜੋ ਵੀ ਹੈ, ਪਰ ਉਹਨਾਂ ਨੂੰ ਨਹੀਂ ਮਿਲੇ। ਦੂਸਰੇ ਪਾਸੇ ਜਿਹੜੇ ਇਹਨਾਂ ਦਾ ਹੈਗਾ ਕੀ ਨਾਮ ਹੈ ਵਿਕਰਮ ਮਜੀਠੀਆ ਹੋਣੀ, ਉਹ ਵੀ ਕਹਿ ਰਹੇ ਕਿ ਮਤਲਬ ਆਪਣੀ ਜਿਹੜੀ ਲੀਗਲ ਟੀਮ ਹੈ ਉਹਦੇ ਨਾਲ ਕੰਸਲਟ ਕਰ ਰਹੇ ਹੈ ਕਿ ਉਹਨੂੰ ਕਿਸ ਤਰ੍ਹਾਂ ਕਿਸ ਅਗਰਿਮ ਜ਼ਮਾਨਤ ਦਿਲਾਈ ਜਾਏ। ਕਾਂਗਰਸ ਕੋਲੇ ਇਸ ਟਾਈਮ ਇੱਕ ਅੱਛਾ ਮੌਕਾ ਹੈ, ਅਗਰ ਉਹਨੇ
ਪੋਲੀਟੀਕਲ ਸਕੋਰ ਅਕਾਲੀ ਦਲ ਦੇ ਉੱਤੇ ਕਰਨਾ ਹੈ, ਤਾਂ ਉਹ ਦੇਖੋ ਇਸ ਗੱਲ, ਔਰ ਉਹਨਾਂ ਨੇ ਕਰਨਾ ਸ਼ੁਰੂ ਵੀ ਕਰਤਾ। ਕੱਲ੍ਹ ਅਗਰ ਤੁਸੀਂ ਸੁਖਜਿੰਦਰ ਰੰਧਾਵਾ ਦਾ ਬਿਆਨ ਸੁਣਿਆ ਹੋਵੇ ਤਾਂ ਉਹ ਇਹ ਕਹਿ ਰਹੇ ਸੀ ਵੀ ਵਿਕਰਮ ਮਜੀਠੀਆ ਜੇ ਮਤਲਬ ਸਾਫ਼ ਹੈ ਤਾਂ ਉਹ ਜੁਆਇਨ ਕਰੇ ਜਾਂਚ, ਤਾਂ ਭੱਜਿਆ ਕਿਉਂ ਫਿਰ ਰਿਹਾ ਤੇ ਆਏ। ਅਗਰ ਕਾਂਗਰਸ ਇਸ ਸਾਰੇ ਇਸ਼ੂ ਨੂੰ ਮਤਲਬ ਇਹ ਬਣਾਉਣ 'ਚ ਕਾਮਯਾਬ ਹੋ ਜਾਂਦੀ ਹੈ ਕਿ ਜੀ ਵਿਕਰਮ ਮਜੀਠੀਆ ਤਾਂ ਭੱਜਿਆ ਹੋਇਆ, ਤਾਂ ਮੈਨੂੰ ਲੱਗਦਾ ਅਕਾਲੀ ਦਲ ਨੂੰ ਇਹਦਾ ਨੁਕਸਾਨ ਹੋਏਗਾ। ਦੇਖੋ ਪੰਜਾਬ ਦੇ ਜਿਹੜੇ ਲੋਕ ਨੇ ਉਹ ਇਹ ਬਰਦਾਸ਼ਤ ਨਹੀਂ ਕਰਦੇ ਕਿ ਉਹਦਾ ਲੀਡਰ ਭੱਜਿਆ ਫਿਰੇ, ਲੁਕਦਾ ਫਿਰੇ, ਇਹ ਨਹੀਂ ਉਹ ਬਰਦਾਸ਼ਤ ਕਰਦੇ। ਉਹ ਕਹਿਣਗੇ ਵੀ ਸਾਹਮਣੇ ਆ, ਜੇਲ੍ਹ 'ਚ ਕਰਤਾ ਕੋਈ ਉਹਨਾਂ ਨੂੰ ਪਰਵਾਹ ਨਹੀਂ। ਜੇਲ੍ਹਾਂ ਉਹਦੀ ਪਹਿਲਾਂ ਵੀ ਅਸੀਂ ਬਥੇਰੀਆਂ ਜੇਲ੍ਹਾਂ ਕੱਢੀਆਂ। ਤੁਸੀਂ ਕੱਲ੍ਹ ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ ਸੁਣਿਆ ਹੋਣਾ, ਸੁਖਬੀਰ ਬਾਦਲ ਦਾ ਬਿਆਨ ਸੁਣਿਆ ਹੋਣਾ। ਇੱਧਰ ਚੰਦੂ ਮਾਜਰਾ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਵੀ ਅਸੀਂ ਸੜਕਾਂ ਜਾਮ ਕਰ ਦਾਂਗੇ, ਇਹ ਕਰ ਦਾਂਗੇ, ਉਹ ਕਰ ਦਾਂਗੇ। ਅਤੇ ਉਹ ਇੱਕ ਪੋਲੀਟੀਕਲ ਹਵਾ ਬਣਾਉਣ ਵਾਲੀ ਗੱਲ ਹੈ। ਪਰ ਜੇ ਤੁਸੀਂ ਮਤਲਬ ਲੁਕਦੇ ਫਿਰੋਗੇ ਤਾਂ ਮੈਨੂੰ ਲੱਗਦਾ ਕਿ ਉਹ ਫਿਰ ਜਿਹੜਾ ਹੈਗਾ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਏਗਾ। ਇਸ ਕਰਕੇ ਸਭ ਤੋਂ ਪਹਿਲਾਂ ਹੈ ਹੀ ਇਹ ਕਿ ਵਿਕਰਮ ਮਜੀਠੀਆ ਨੂੰ ਸਾਹਮਣੇ ਆਉਣਾ ਹੀ ਪਏਗਾ। ਹੁਣ ਇਹਦੇ ਪਿੱਛੇ ਜਿਹੜੀ ਇੱਕ ਹੋਰ ਪੋਲੀਟੀਕਲ ਜਿਹੜੀ ਇਹ ਮੈਨੂੰ ਲੱਗ ਰਹੀ ਹੈ ਇਸ ਸਾਰੇ ਕੇਸ ਦੇ ਪਿੱਛੇ, ਉਹ ਇਹ ਲੱਗ ਰਹੀ ਹੈ ਕਿ ਅਕਾਲੀ ਦਲ ਨੂੰ ਇਹ ਪੂਰਾ ਡਰ ਹੈ ਕਿ ਕਿਤੇ ਨਾ ਕਿਤੇ ਜਦੋਂ ਇਲੈਕਸ਼ਨ ਦਾ ਕੋਡ ਲੱਗ ਜਾਏਗਾ ਤਾਂ ਜਿਹੜਾ ਨਵਜੋਤ ਸਿੱਧੂ ਹੈ ਉਹ ਆਪਣੀ ਜਿਹੜੀ ਬੰਬਾਰਟਮੈਂਟ ਹੈ, ਉਹ ਸ਼ਬਦੀ ਬਾਣ ਜਿਹੜੇ ਚਲਾਉਂਦੇ ਨੇ, ਉਹਦੇ 'ਚ ਸਾਨੂੰ ਭੇਜ ਸਕਦਾ ਹੈ ਅਤੇ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਣਾ ਪਊਗਾ, ਉਹ ਜ਼ਿਆਦਾ ਕੌਂਸਟੀਚੁਐਂਸੀਆਂ 'ਚ ਨਾ ਜਾਏ। ਤਾਂ ਉਹਦੇ 'ਤੇ ਇਹ ਇੱਕ ਵਿਉਂਤ ਚੱਲ ਰਹੀ ਸੀ ਵੀ ਕਿਉਂ ਨਾ ਉਹਦੇ ਖਿਲਾਫ ਵਿਕਰਮ ਮਜੀਠੀਆ ਨੂੰ ਖੜਾ ਕਰਤਾ ਜਾਏ ਉੱਥੇ। ਵਿਕਰਮ ਮਜੀਠੀਆ ਆਪਣੀ ਮਜੀਠਾ ਸੀਟ ਤੋਂ ਵੀ ਖੜੇ, ਉਹ ਉਹਨਾਂ ਲਈ ਈਜ਼ੀਲੀ ਵਿਨ ਹੁੰਦੀ ਹੈ, ਉੱਥੇ ਉਹਨਾਂ ਦਾ ਚੰਗਾ ਦਬਦਬਾ ਹੈ, ਉਹ ਮਤਲਬ ਬਹੁਤ ਭਾਰੀ ਵੋਟਾਂ ਨਾਲ ਜਿੱਤਦੇ ਹਮੇਸ਼ਾ ਉੱਥੋਂ। ਤਾਂ ਉਹਨਾਂ ਨੂੰ ਇਹ ਸੀ ਵੀ ਆਪਾਂ ਨੂੰ ਵਿਕਰਮ ਮਜੀਠੀਆ ਨੂੰ ਇੱਥੇ ਖੜਾ ਕਰਨਾ ਚਾਹੀਦਾ। ਤਾਂ ਉਹਦੇ ਨਾਲ ਕੀ ਹੋਊਗਾ ਕਿ ਨਵਜੋਤ ਸਿੱਧੂ ਜਿਹੜੇ ਹੈਗੇ ਹੈ ਉਸ ਕੌਂਸਟੀਚੁਐਂਸੀ 'ਚੋਂ ਘਿਰ ਕੇ ਰਹਿ ਜਾਣਗੇ, ਕਿਉਂਕਿ ਉਹਨਾਂ ਨਵਜੋਤ ਸਿੱਧੂ ਦੀ ਆਪਣੀ ਜਿਹੜੀ ਨਜ਼ਰ ਹੈ ਉਹ ਵੀ ਇਹਦੇ 'ਤੇ ਹੈ, ਚੀਫ ਮਿਨਿਸਟਰਸ਼ਿਪ 'ਤੇ। ਪਰ ਚੀਫ ਮਿਨਿਸਟਰਸ਼ਿਪ ਤਾਂ ਹੀ ਉਹਨਾਂ ਕੋਲ ਆਊਗੀ ਨਾ ਜੇ ਉਹ MLA ਬਣਨਗੇ। ਜੋ MLA ਹੀ ਨਹੀਂ, MLA ਦੀ ਸੀਟ ਹੀ ਹਾਰ ਗਏ ਤਾਂ ਉਹਨਾਂ ਦਾ ਕਲੇਮ ਵੀ ਘਟ ਜਾਏਗਾ। ਤਾਂ ਇਸ ਕਰਕੇ ਉਹ ਨਵਜੋਤ ਸਿੱਧੂ ਨੂੰ ਉੱਥੇ ਆਪਣੇ ਏਰੀਏ 'ਚ ਰਹਿਣਾ ਬਹੁਤ ਜ਼ਰੂਰੀ ਸੀ, ਹੋਣਾ ਸੀ। ਪਰ ਇਹਦੀ ਕਾਟ ਇਹਨਾਂ ਨੇ ਇਹ ਕਰਤੀ ਵੀ ਇਹਦੇ ਖਿਲਾਫ ਪਰਚਾ ਕਰ ਦਿਓ, SIT ਗਠਿਤ ਕਰ ਦਿਓ। ਹੁਣ SIT ਤੋਂ ਇਹ ਭੱਜਿਆ ਫਿਰੂਗਾ ਤਾਂ ਇਹ ਆਪਣੀ ਸੀਟ ਤਾਂ ਵੀ ਸਾਡੀ ਸੀਟ 'ਤੇ ਤਾਂ ਲੜਨਾ ਛੋੜੋ, ਆਪਣੀ ਸੀਟ ਵੀ ਇਹਦੇ ਲਈ ਲੜਨੀ ਔਖੀ ਕਰ ਦਿਓ। ਹੁਣ ਇਹ ਇੱਕ ਮੈਨੂੰ ਲੱਗਦਾ ਕਿ ਇਹਦੇ ਪਿੱਛੇ ਇੱਕ ਜਿਹੜੀ ਪੋਲੀਟੀਕਲ ਜਿਹਨੂੰ ਆਪਾਂ ਕਹਿੰਦੇ ਹਾਂ ਚਾਲ, ਉਹ ਵੀ ਮੈਨੂੰ ਦਿਖ ਰਹੀ ਹੈ ਕਿ ਸ਼ਾਇਦ ਉਹ ਵੀ ਉਸੇ ਤਰੀਕੇ ਨਾਲ ਕੀਤਾ ਹੋਇਆ। ਪਰ ਦੇਖੋ ਇਹ ਕੇਸ ਇੱਦਾਂ ਦੇ ਨੇ ਕਿ ਜਦ ਤੱਕ ਇਹਨਾਂ ਦੇ ਉੱਤੇ ਪੁਖਤਾ ਸਬੂਤ ਤੁਹਾਡੇ ਕੋਲ ਨਹੀਂ ਹੁੰਦੇ, ਜਾਂ ਤੁਸੀਂ ਐਂ ਕਹਿ ਲਓ ਕਿ ਕੋਈ ਇਹੋ ਜਿਹੇ ਕਲੂਜ਼ ਤੁਹਾਡੇ ਕੋਲ ਨਹੀਂ ਹੁੰਦੇ ਕਿ ਜਿਹਦੇ ਨਾਲ ਤੁਸੀਂ ਐਸਟੈਬਲਿਸ਼ ਕਰ ਸਕੋ ਕਿ ਵਿਕਰਮ ਮਜੀਠੀਆ ਦਾ ਡਰੱਗਸ ਤਸਕਰੀ ਦੇ ਮਾਮਲੇ ਦੇ ਵਿੱਚ ਸਿੱਧਾ ਹੱਥ ਹੈ, ਉਦੋਂ ਤੱਕ ਲੋਕਾਂ ਦੇ ਦਿਮਾਗਾਂ ਦੇ ਵਿੱਚ ਵੀ ਇਹ ਗੱਲ ਨਹੀਂ ਜਾਂਦੀ। ਤਾਂ ਅਦਰਵਾਈਜ਼ ਜੇ ਤੁਸੀਂ ਐਸਟੈਬਲਿਸ਼ ਕਰਤਾ ਤਾਂ ਪੋਲੀਟੀਕਲ ਤੌਰ 'ਤੇ ਮੈਨੂੰ ਨਹੀਂ ਲੱਗਦਾ ਕਿ ਵਿਕਰਮ ਮਜੀਠੀਆ ਫਿਰ ਉੱਠ ਪਾਉਣਗੇ। ਇਹ ਬਹੁਤ ਕਲੈਰਿਟੀ ਨਾਲ ਦੱਸਣਾ ਕਿ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਉਹ ਹਰ ਚੀਜ਼ ਬਰਦਾਸ਼ਤ ਕਰ ਸਕਦੇ, ਕਤਲ ਵੀ ਬਰਦਾਸ਼ਤ ਕਰ ਸਕਦੇ ਆ ਵੀ ਕੋਈ ਬੰਦਾ ਕਤਲ ਕਰਿਆ ਹੈ ਜੀ, ਉਹਨੂੰ ਵੀ ਉਹ ਕਹਿਣਗੇ ਕੋਈ ਗੱਲ ਨਹੀਂ। ਪਰ ਨਸ਼ੇ ਦੀ ਤਸਕਰੀ ਕਰਦਾ ਹੋਵੇ ਬੰਦਾ, ਇਹ ਬਰਦਾਸ਼ਤ ਨਹੀਂ ਹੁੰਦਾ ਉਹਨਾਂ ਨੂੰ। ਤਾਂ ਮੈਨੂੰ ਇਹ ਲੱਗ ਰਿਹਾ ਹੈ ਕਿ ਇਸ ਚੀਜ਼ ਤੋਂ ਅਕਾਲੀ ਦਲ ਨੂੰ ਬਾਹਰ ਆਉਣਾ ਬਹੁਤ ਜ਼ਰੂਰੀ ਹੈ। ਉਹ ਉਸ ਤਰੀਕੇ ਨਾਲ ਹੀ ਆਊਗਾ ਕਿ ਵਿਕਰਮ ਮਜੀਠੀਆ ਜਿਹੜਾ ਹੈ ਉਹ ਖੁਦ ਬਾਹਰ ਆਏ ਔਰ ਉਹ ਜਾਂਚ 'ਚ ਇਨਵੋਲਵ ਹੋਵੇ ਔਰ ਕਹੇ ਕਿ ਦੱਸੋ ਮੈਂ ਕਦੋਂ ਕਿੱਥੇ ਆਉਣਾ। ਮੈਂ ਇਸ 'ਚ ਬਹੁਤ ਕਲੀਅਰ ਹਾਂ, ਮੈਂ ਵੀ ਚਾਹੁੰਦਾ ਵੀ ਜਿਹੜਾ ਮੇਰੇ 'ਤੇ ਇਹ ਦਾਗ ਲੱਗਿਆ ਹੋਇਆ ਇਹ ਹਟੇ, ਇਸ ਕਰਕੇ ਦੱਸੋ ਮੈਨੂੰ ਕਿੱਥੇ ਆਉਣਾ, ਮੈਂ ਆਊਂਗਾ। ਜਿੰਨੀ ਵਾਰ ਬੁਲਾਉਂਗੇ ਉਨੀ ਵਾਰ ਆਊਂਗਾ। ਤਾਂ ਮੈਨੂੰ ਲੱਗਦਾ ਕਿ ਸ਼ਾਇਦ ਅਕਾਲੀ ਦਲ ਫਿਰ ਇੱਕ ਮੋਮੈਂਟਮ ਖੜਾ ਕਰ ਸਕੇ। ਦੇਖੋ ਅਕਾਲੀ ਦਲ ਇੱਕ ਅਜਿਹੀ ਪਾਰਟੀ ਤਾਂ ਹੈ ਜਿਹਦੇ ਕੋਲੇ ਬੂਥ ਲੈਵਲ ਦਾ ਬਹੁਤ ਵੱਡਾ ਕਾਡਰ ਹੈ,
ਹਾਂਜੀ ਮਤਲਬ ਉਹ ਜਦੋਂ ਮਰਜ਼ੀ ਚਾਹੇ ਮਤਲਬ ਲੱਖ 2 ਲੱਖ ਬੰਦਾ ਕਦੇ ਵੀ ਇਕੱਠਾ ਕਰ ਸਕਦੀ ਹੈ ਕਿਸੇ ਵੀ ਤੁਸੀਂ 4 ਤਰੀਕ ਵਾਲੀ ਜਿਹੜੀ ਹੁਣ ਪਿੱਛੇ ਜੇ ਇਹਨਾਂ ਨੇ 14 ਤਰੀਕ ਨੂੰ ਜਿਹੜੀ ਰੈਲੀ ਕੀਤੀ ਹੈ ਤੁਸੀਂ ਦੇਖਿਆ ਹੀ ਹੋਣਾ। ਹਾਂਜੀ ਉਸ ਤੋਂ ਇਲਾਵਾ ਵੀ ਤੁਸੀਂ ਦੇਖੋ ਸੁਖਬੀਰ ਬਾਦਲ ਹੁਣੀ ਲਗਾਤਾਰ ਹਰ ਕੌਂਸਟੀਚੁਐਂਸੀ 'ਚ ਜਾ ਰਹੇ ਹੈ ਤੇ ਉਹਨਾਂ ਨੂੰ ਚੰਗਾ ਰਿਸਪੌਂਸ ਮਿਲ ਰਿਹਾ। ਲੋਕ ਜੇ ਭੀੜ ਨੂੰ ਦੇਖੀਏ ਤਾਂ ਭੀੜ ਤਾਂ ਬਹੁਤ ਜੁਟਾ ਲੈਂਦੇ ਆ ਲੋਕ ਉੱਤੇ। ਤਾਂ ਮੈਨੂੰ ਲੱਗਦਾ ਕਿ ਅਕਾਲੀ ਦਲ ਇਹੋ ਜਿਹੀ ਪਾਰਟੀ ਤਾਂ ਹੈ ਅਗਰ ਉਹ ਇਸ ਗੱਲ ਦੇ ਉੱਤੇ ਆ ਗਈ ਕਿ ਅਸੀਂ ਜਿਹੜਾ ਹੈਗਾ ਉਹ ਮੋਮੈਂਟਮ ਖੜਾ ਕਰ ਦੇਣਾ ਹੈ ਸਰਕਾਰ ਦੇ ਖਿਲਾਫ ਤਾਂ ਉਹ ਖੜਾ ਕਰ ਸਕਦੀ ਹੈ। ਔਰ ਆਲਰੇਡੀ ਉਹਨਾਂ ਨੇ 2003-4 ਵੇਲੇ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਸੁਖਬੀਰ ਬਾਦਲ ਹੋਰਾਂ ਨੂੰ ਇਹਨਾਂ ਸਾਰਿਆਂ ਨੂੰ ਕਈ ਮੰਤਰੀਆਂ ਨੂੰ ਅੰਦਰ ਕੀਤਾ ਸੀਗਾ ਤਾਂ ਉਸ ਤੋਂ ਬਾਅਦ ਉਹਨਾਂ ਨੇ 2003 'ਚ ਖੜਾ ਕੀਤਾ ਸੀ ਇਹ। ਹਾਂਜੀ ਤਾਂ ਇਹ ਅਕਾਲੀ ਦਲ ਦੇ ਵਿੱਚ क्षमता ਤਾਂ ਹੈਗੀ ਹੈ ਹਾਂਜੀ ਪਰ ਮੈਂ ਫਿਰ ਬਾਰ-ਬਾਰ ਉਸੇ ਗੱਲ ਤੇ ਆ ਰਿਹਾ ਕਿ ਇਹ ਉਦੋਂ ਹੈ ਜਦੋਂ ਵਿਕਰਮ ਮਜੀਠੀਆ ਜਿਹੜਾ ਹੈਗੇ ਆ ਉਹ ਬਾਹਰ ਫਰੰਟ ਤੇ ਆਣ ਕਹਿਣ ਕਿ ਮੈਂ ਭੱਜਿਆ ਨਹੀਂ ਹੋਇਆ ਮੈਂ ਇੱਥੇ ਹੀ ਹਾਂ। ਹਾਂਜੀ ਦੱਸੋ ਕਿਹਨੇ ਮੈਨੂੰ ਗ੍ਰਿਫਤਾਰ ਕਰਨਾ ਹੈ ਕਰ ਲਓ ਜਿਹਨੇ ਕਰਨਾ ਹੈ। ਇਸ ਤਰ੍ਹਾਂ ਦੀ ਜਦੋਂ ਅਗਰੈਸ਼ਨ ਦੇ ਵਿੱਚ ਆਣਗੇ ਤਾਂ ਹੀ ਗੱਲ ਬਣੂਗੀ। ਅਦਰਵਾਈਜ਼ ਕਾਂਗਰਸ ਕੋਲੇ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਕਾਂਗਰਸ ਕੋਲੇ ਇੱਕ ਅੱਛਾ ਮੌਕਾ ਹੈ ਉਹ ਆਪਣੇ ਪੁਆਇੰਟ ਆਫ ਵਿਊ ਨਾਲ ਮਤਲਬ ਇਸ ਗੱਲ ਨੂੰ ਬਹੁਤ ਪ੍ਰਚਾਰ ਕਰ ਸਕਦੀ ਹੈ ਕਿ ਦੇਖੋ ਜੀ ਉਹ ਭੱਜ ਗਿਆ ਅਸੀਂ ਉਹਦਾ ਕੇਸ ਕੀਤਾ ਉਹ ਭੱਜ ਗਿਆ ਮਤਲਬ ਅਸੀਂ ਇਨਾਮ ਰੱਖ ਦਾਂਗੇ ਉਹ ਇੱਕ ਜੋ ਵੀ ਉਹਨਾਂ ਦੀਆਂ ਹੋ ਗਈਆਂ ਨੇ ਉਹ ਕਰ ਸਕਦੀ ਹੈ। ਤਾਂ ਮੈਨੂੰ ਲੱਗਦਾ ਕਿ ਉਹਨੂੰ ਫਾਇਦਾ ਮਿਲੇਗਾ। ਹਾਂਜੀ ਹਾਂ ਸਰ ਆਪਾਂ ਜੇਕਰ ਪੰਜਾਬ ਦੇ ਇੱਕ ਹੋਰ ਮੁੱਦੇ ਦੀ ਗੱਲ ਕਰੀਏ ਤਾਂ ਉਹ ਹੈ ਬੇਅਦਬੀਆਂ ਦਾ। ਅਸੀਂ ਵੇਖਿਆ ਕਿ ਕਾਫੀ ਲੰਬੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੁੰਦੀਆਂ ਆ ਰਹੀਆਂ ਨੇ। ਹੁਣ ਸੁਣ 'ਚ ਆਇਆ ਕਿ ਆਮ ਹਿੰਦੂ ਗ੍ਰੰਥ ਦੀਆਂ ਵੀ ਬੇਅਦਬੀ ਕੀਤੀ ਗਈ ਹੈ। ਜੀ ਜੀ ਤਾਂ ਜੇਕਰ ਆਪਾਂ ਪੁਰਾਣੇ ਟਾਈਮ ਤੋਂ ਹੀ ਦੇਖੀਏ ਹਜੇ ਤੱਕ ਕਿਸੇ ਵੀ ਬੇਅਦਬੀ ਦਾ ਇਨਸਾਫ ਸੰਗਤਾਂ ਨੂੰ ਨਹੀਂ ਮਿਲਿਆ। ਤਾਂ ਇਸ ਦੇ ਉੱਤੇ ਸੁਖਜਿੰਦਰ ਸਿੰਘ ਰੰਧਾਵਾ ਗੱਲ ਕਰਦੇ ਨੇ ਕਿ ਉਹਨਾਂ ਨੇ ਗ੍ਰਹਿ ਮੰਤਰੀ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਉਹਨਾਂ ਗੱਲ ਕੀਤੀ ਹੈ ਕਿ ਪੰਜਾਬ ਵਿਧਾਨ ਸਭਾ ਵੱਲੋਂ ਇੱਕ ਐਕਟ ਪਾਸ ਕੀਤਾ ਗਿਆ ਸੀ ਜਿਹਦੇ ਵਿੱਚ ਕਿ ਬੇਅਦਬੀ ਕਿਸੇ ਵੀ ਚਾਹੇ ਧਾਰਮਿਕ ਗ੍ਰੰਥੀ ਹੋਵੇ ਉਸ ਦੀ ਬੇਅਦਬੀ ਕਰਨ ਵਾਲੇ ਨੂੰ ਉਮਰ ਕੈਦ ਦੀ ਸਜ਼ਾ ਵਾਸਤੇ ਜਿਹੜਾ ਪ੍ਰੋਵੀਜ਼ਨ ਉਹ ਰੱਖਿਆ ਗਿਆ ਹੈ। ਤਾਂ ਇਸ ਸਭ ਬਾਰੇ ਤੁਸੀਂ ਕੀ ਕਹੋਗੇ? ਦੇਖੋ ਬਿਲਕੁਲ ਠੀਕ ਗੱਲ ਹੈ ਤੁਹਾਡੀ ਕਿ ਇਹ ਪਹਿਲਾਂ ਜਿਹੜਾ ਇਹ ਵਾਲਾ ਐਕਟ ਸੀਗਾ ਉਹ ਖੁਦ ਜਦੋਂ 2015-16 ਦੇ ਵਿੱਚ ਬੇਅਦਬੀਆਂ ਲਗਾਤਾਰ ਹੋਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਫਿਰ ਉਸ ਤੋਂ ਬਾਅਦ ਲਗਾਤਾਰ ਹੀ ਕਈ ਹੋਈਆਂ ਹੈ ਨਾ ਤੇ ਉਦੋਂ ਵੀ ਇਹ ਵਿਧਾਨ ਸਭਾ ਦੇ ਵਿੱਚ ਇੱਕ ਐਕਟ ਆਇਆ ਸੀਗਾ ਕਿ ਮੌਤ ਦੀ ਸਜ਼ਾ ਦਿੱਤੀ ਜਾਏ। ਹਾਂਜੀ ਤੇ ਉਦੋਂ ਵੀ ਕਾਫੀ ਬਹਿਸ ਛਿੜੀ ਸੀ ਕਿ ਫਿਰ ਇਕੱਲੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੀ ਮੌਤ ਦੀ ਸਜ਼ਾ ਕਿਉਂ ਬਾਕੀ ਜਿਹੜੇ ਧਾਰਮਿਕ ਗ੍ਰੰਥ ਹੈ ਉਹਨਾਂ ਨੂੰ ਵੀ ਕਿਉਂ ਨਹੀਂ। ਤਾਂ 2018 ਦੇ ਵਿੱਚ ਉਸੇ ਐਕਟ ਦੇ ਵਿੱਚ ਫਿਰ ਅਮੈਂਡ ਕਰਕੇ ਸਾਰਿਆਂ ਨੂੰ ਹੀ ਉਮਰ ਕੈਦ ਦੇ ਵਿੱਚ ਲਿਆਤਾ ਸੀਗਾ ਕਿ ਜਿਹੜਾ ਵੀ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਦਾ ਹੈ ਚਾਹੇ ਉਹ ਕੁਰਾਨ ਹੋਏ ਚਾਹੇ ਉਹ ਬਾਈਬਲ ਹੋਏ ਚਾਹੇ ਉਹ ਗੀਤਾ ਹੋਵੇ ਰਾਮਾਇਣ ਹੋਵੇ ਕੋਈ ਹੋਵੇ ਗੁਰੂ ਗ੍ਰੰਥ ਸਾਹਿਬ ਦਾ ਹੋਵੇ ਕਿਸੇ ਵੀ ਗ੍ਰੰਥ ਦੀ ਬੇਅਦਬੀ ਕਰਨ ਵਾਲੇ ਨੂੰ ਜਿਹੜਾ ਹੈਗਾ ਉਹ ਉਮਰ ਕੈਦ ਦੀ ਸਜ਼ਾ ਮਿਲੇਗੀ। ਔਰ ਇਹ 2018 ਦੇ ਵਿੱਚ ਐਕਟ ਪਾਸ ਕੀਤਾ ਸੀ ਸਰਕਾਰ ਨੇ ਵਿਧਾਨ ਸਭਾ ਨੇ ਔਰ ਉਹਨੂੰ ਜਿਹੜਾ ਹੈਗਾ ਰਾਜਪਾਲ ਨੇ ਆਪਣੀ ਮਨਜ਼ੂਰੀ ਵੀ ਦਿੱਤੀ ਸੀ ਪਰ ਕਿਉਂਕਿ ਉਹ ਆਈਪੀਸੀ ਦੀ ਧਾਰਾ ਜਿਹੜੀ ਹੈਗੀ ਆਈਪੀਸੀ 'ਚ ਸੰਸ਼ੋਧਨ ਹੈਗਾ ਇਸ ਕਰਕੇ ਉਹ ਰਾਸ਼ਟਰਪਤੀ ਦੀ ਮਨਜ਼ੂਰੀ ਵੀ ਜ਼ਰੂਰੀ ਹੈ ਕਿਉਂਕਿ ਇਹ ਸੈਂਟਰਲ ਐਕਟ ਹੈ ਤਾਂ ਉਹਦੇ ਵਿੱਚ ਵੀ ਮਨਜ਼ੂਰ ਹੋਣਾ ਪੈਂਦਾ। ਤਾਂ ਉਹਨਾਂ ਨੇ ਉਸੇ ਟਾਈਮ ਭੇਜਿਆ ਸੀ ਤਾਂ ਤੁਸੀਂ ਦੇਖ ਲਓ ਹੁਣ 2021 ਹੋ ਗਿਆ ਤੇ ਹਜੇ ਤੱਕ ਉਹ ਵਾਪਿਸ ਨਹੀਂ ਆਇਆ 3 ਸਾਲ ਤੋਂ ਮਤਲਬ ਰਾਸ਼ਟਰਪਤੀ ਦੀ ਮਨਜ਼ੂਰੀ ਵਾਸਤੇ ਉਹ ਪਿਆ ਹੈ। ਹਾਂਜੀ ਇਸ ਤਰ੍ਹਾਂ ਦੀਆਂ ਜਿਹੜੀਆਂ ਮਤਲਬ ਢਿੱਲ-ਮੁੱਲ ਰਵੱਈਏ ਹੁੰਦੇ ਆ ਉਹੀ ਇਸ ਕਿਸਮ ਦੀਆਂ ਹਰਕਤਾਂ ਨੂੰ ਜਾਂ ਇਸ ਕਿਸਮ ਦੀਆਂ ਸ਼ਰਾਰਤਾਂ ਨੂੰ ਪ੍ਰਵੋਕ ਕਰਦੇ ਆ। ਫਿਰ ਹੋਰ ਅਗਰ ਇਹ ਉੱਥੇ ਹੋ ਜਾਂਦਾ ਔਰ ਉਹਨਾਂ ਦਿਨਾਂ 'ਚ ਜਿਹੜੀ ਬੇਅਦਬੀ ਹੋਈ ਉਹਨਾਂ ਵਿੱਚ ਵੀ ਇਨਸਾਫ ਮਿਲ ਜਾਂਦਾ ਤਾਂ ਮੈਨੂੰ ਲੱਗਦਾ ਹੈ ਕਿ ਫਿਰ ਇਸ ਤੋਂ ਅੱਗੇ ਫਿਰ ਬੰਦਾ ਹਿੰਮਤ ਨਹੀਂ ਕਰਦਾ ਜਾਂ ਮਤਲਬ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਨਹੀਂ ਕਰਦੇ ਜਿਹੜੀਆਂ ਉਂਝ ਕੋਈ ਮਾਨਸਿਕ ਤੌਰ 'ਤੇ ਕੋਈ ਭੰਨੇ ਫੜਦੇ ਜਾਂ ਬੇਅਦਬੀ ਕਰਦੇ ਤਾਂ ਉਹ ਇੱਕ ਅਲੱਗ ਗੱਲ ਹੈ ਉਹ ਤਾਂ ਕਦੇ ਵੀ ਨਹੀਂ ਰੁਕ ਸਕਦੀ ਕਿਉਂਕਿ ਜਿਹੜਾ ਬੰਦਾ ਮਾਨਸਿਕ ਤੌਰ 'ਤੇ ਪਰੇਸ਼ਾਨ ਆ ਉਹ ਕਰ ਰਿਹਾ ਤਾਂ ਉਹਨੂੰ ਤਾਂ ਤੁਸੀਂ ਨਹੀਂ ਰੋਕ ਸਕੋਗੇ। ਪਰ ਪਲੈਨਡ ਵੇ ਨਾਲ ਜਿਹੜੀਆਂ ਹੁੰਦੀਆਂ ਨੇ ਉਹ ਨਹੀਂ ਹੁੰਦੀਆਂ। ਦੂਸਰੀ ਉਦੋਂ ਸਰਕਾਰ ਨੇ ਕਿਹਾ ਜੀ ਸਾਰੇ ਜਿੰਨੇ ਮਤਲਬ ਧਾਰਮਿਕ ਸੰਸਥਾਨ ਨੇ ਚਾਹੇ ਗੁਰਦੁਆਰੇ ਹੋਣ ਚਾਹੇ ਉਹ ਮੰਦਰ ਹੋਣ ਚਾਹੇ ਉਹ ਗਿਰਜਾਘਰ ਹੋਣ ਜਿੰਨੇ ਵੀ ਨੇ ਉਹਨਾਂ ਸਾਰਿਆਂ ਦੀ CCTV ਕੈਮਰੇ ਲੱਗਣੇ ਚਾਹੀਦੇ ਆ ਔਰ ਅਸੀਂ ਲਗਾਵਾਂਗੇ। ਪਰ ਉਹ ਵੀ ਤੁਸੀਂ ਦੇਖ ਲਓ ਜ਼ਿਆਦਾਤਰ ਜਿਹੜੇ ਛੋਟੇ ਗੁਰਦੁਆਰੇ ਉਹਨਾਂ 'ਚ ਤਾਂ ਬਿਲਕੁਲ ਹੀ ਨਹੀਂ ਹੈ ਛੋਟੇ ਮੰਦਰਾਂ 'ਚ ਤਾਂ ਬਿਲਕੁਲ ਹੀ ਨਹੀਂ ਹੈ
ਹਾਂ ਕੁਝ ਵੱਡੇ ਗੁਰਦੁਆਰਿਆਂ 'ਚ ਜ਼ਰੂਰ ਹੈ, ਤਾਂ ਉੱਥੇ ਕੀ ਹੁੰਦਾ ਕਿ ਤੁਹਾਨੂੰ ਇਹ ਪਤਾ ਚੱਲ ਜਾਂਦਾ ਹੈ ਕਿ ਕੌਣ ਹੈ ਬੰਦਾ ਔਰ ਕਿਉਂ ਕਰ ਰਿਹਾ ਹੈ, ਤਾਂ ਉਹ ਤੁਸੀਂ ਰੋਕ ਸਕਦੇ ਹੋ। ਲੇਕਿਨ ਜਿੱਥੇ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਕੌਣ ਕਰ ਗਿਆ, ਜਿਵੇਂ ਹੁਣ ਮਤਲਬ ਜਿਹੜਾ ਇਹ ਹੀ ਹੈ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਤੁਸੀਂ ਦੇਖਿਆ ਹੋਣਾ ਗਿਆ ਬੰਦਾ, ਉਹਨੂੰ ਤੁਹਾਨੂੰ ਪਤਾ ਹੀ ਨਹੀਂ ਹੈ ਕੌਣ, ਉਹਨੂੰ ਮਾਰਤਾ, ਜਾਂ ਤਾਂ ਉਹਨੂੰ ਪਕੜ ਲੈਂਦੇ, ਨਾ ਮਾਰਦੇ ਤਾਂ ਫਿਰ ਹੋ ਸਕਦਾ ਕਿ ਉਹ ਕਿਤੇ ਨਾ ਕਿਤੇ ਦੱਸਦਾ ਵੀ ਮੈਂ ਕਿੱਥੋਂ ਆਇਆ, ਕਿਹਨੇ ਮੈਨੂੰ ਕਿਹਾ ਹੈ ਕਰਨ ਵਾਸਤੇ, ਤਾਂ ਇਹ ਚੀਜ਼ਾਂ ਸਾਰੀਆਂ ਬਾਹਰ ਆ ਜਾਂਦੀਆਂ। ਪਰ ਹੁਣ ਜਦੋਂ ਭੀੜ ਦੇ ਉੱਤੇ ਬੰਦਾ ਚਲਾ ਜਾਂਦਾ ਹੈ ਤਾਂ ਭੀੜ ਤਾਂ ਦੇਖਦੀ ਨਹੀਂ ਆ, ਉਹ ਤਾਂ ਮਾਰ ਹੀ ਦਿੰਦੀ ਹੈ। ਹਾਂਜੀ, ਹੁਣ 2 ਲਗਾਤਾਰ ਹੋ ਗਈਆਂ, ਉਸ ਤੋਂ ਬਾਅਦ ਕਪੂਰਥਲੇ ਹੋ ਗਈ, ਪਰ ਇਹ ਘਟਨਾਵਾਂ ਨਹੀਂ ਰੁਕ ਰਹੀਆਂ। ਉਸ ਤੋਂ ਬਾਅਦ ਹੁਣ ਤੁਸੀਂ ਦੇਖਿਆ ਅੱਜ ਗੀਤਾ ਕੁਰਾਨ ਔਰ ਰਮਾਇਣ ਦੇ ਬਹੁਤ ਪੱਤਰੇ ਫਾੜੇ ਹੋਏ ਮਿਲੇ ਹੈਗੇ ਆ, ਤਾਂ ਇਹਦਾ ਮਤਲਬ ਇਹ ਕਿਤੇ ਨਾ ਕਿਤੇ ਤਾਂ ਇਹ ਪੱਕਾ ਹੈ ਕਿ ਕੋਈ ਬੰਦਾ ਇਹ ਸ਼ਰਾਰਤ ਕਰ ਰਿਹਾ ਹੈ। ਹਾਂਜੀ, ਜਿਹੜਾ ਬੰਦਾ ਇੱਕ ਔਰ ਇਹ ਕੌਣ ਹੈ, ਉਹਦਾ ਮੋਟਿਵ ਕੀ ਹੈ, ਇਹ ਬਾਹਰ ਨਹੀਂ ਆ ਰਿਹਾ ਅਜੇ। ਉਹ ਬਾਹਰ ਆਉਣਾ ਮੋਟਿਵ ਦਾ ਬਹੁਤ ਜ਼ਰੂਰੀ ਹੈ। ਜਦ ਤੱਕ ਇਹ ਬਾਹਰ ਨਹੀਂ ਆਊਗਾ ਤਾਂ ਤੱਕ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਹੁੰਦੀਆਂ ਰਹਿਣਗੀਆਂ, ਹੋਰ ਵੀ ਹੋਣਗੀਆਂ। ਹਾਂਜੀ ਹਾਂ ਸਰ, ਇੱਕ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਚਰਚਾ ਚੱਲ ਰਹੀ ਹੈ ਅੱਜ ਕੱਲ੍ਹ, ਅਤੇ ਕਿਹਾ ਜਾ ਰਿਹਾ ਕਿ ਜਿਵੇਂ ਹੁਣ ਚੋਣਾਂ ਦਾ ਸਮੇਂ ਨਜ਼ਦੀਕ ਆ ਰਿਹਾ, ਤਾਂ 26 ਜਨਵਰੀ ਨੂੰ ਹੋ ਸਕਦਾ ਪ੍ਰਧਾਨ ਮੰਤਰੀ ਆਪਣਾ ਪੰਜਾਬ ਆਉਣ, ਤਾਂ ਉਸ ਟਾਈਮ ਹੋ ਸਕਦਾ ਇੱਕ ਐਲਾਨ ਹੀ ਕਰ ਜਾਣ ਸਿਰਫ ਕਿ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਗੱਲ ਕੀਤੀ ਜਾਊਗੀ। ਤਾਂ ਤੁਹਾਨੂੰ ਕੀ ਲੱਗਦਾ ਇਸ ਬਾਰੇ? ਦੇਖੋ, ਚੰਡੀਗੜ੍ਹ ਪੰਜਾਬ ਨੂੰ ਦੇਣਾ ਜਾਂ ਨਾ ਦੇਣਾ ਇਹ ਹੁਣ ਟੋਟਲੀ ਇੱਕ ਪੋਲੀਟੀਕਲ ਮਸਲਾ ਔਰ ਇੱਕ ਰਸਮੀ ਮਸਲਾ ਹੈ। ਇਹਦੇ ਉੱਤੇ ਕੋਈ ਕੰਮ ਨਹੀਂ ਹੁੰਦਾ, ਸਿਵਾਏ ਜਦੋਂ ਇਲੈਕਸ਼ਨ ਨੇੜੇ ਆਉਂਦੇ ਨੇ ਉਹਨਾਂ ਦਿਨਾਂ 'ਚ ਇਹ ਇਸ਼ੂ ਬਾਹਰ ਆ ਜਾਂਦਾ। ਹਾਂਜੀ, ਥੋੜ੍ਹੀ ਦਿਨ ਇਸ 'ਤੇ ਚਰਚਾ ਚੱਲਦੀ ਹੈ ਔਰ ਫਿਰ ਇਹ ਖਤਮ ਹੋ ਜਾਂਦਾ। ਜੋ ਇਲੈਕਸ਼ਨ ਖਤਮ, ਮੁੱਦਾ ਖਤਮ। ਅਤੇ ਕਿਉਂਕਿ ਇਹ ਚੰਡੀਗੜ੍ਹ ਪੰਜਾਬ ਨੂੰ ਦੇਣਾ ਕਿਸੇ ਵੀ ਸਰਕਾਰ ਦੀ ਉਹਦੀ ਪ੍ਰਾਇੋਰਟੀ ਲਿਸਟ 'ਚ ਹੈ ਹੀ ਨਹੀਂ। ਦੂਸਰਾ, ਜਦੋਂ ਚੰਡੀਗੜ੍ਹ ਤੋਂ ਤੁਸੀਂ ਪੁੱਛਦੇ ਹੋ, ਚੰਡੀਗੜ੍ਹ ਦੇ ਲੋਕਾਂ ਤੋਂ ਤੁਸੀਂ ਪੁੱਛਦੇ ਹੋ, ਤਾਂ ਕੋਈ ਵੀ ਪੰਜਾਬ ਜਾਂ ਹਰਿਆਣਾ 'ਚ ਨਹੀਂ ਜਾਣਾ ਚਾਹੁੰਦਾ। ਉਹ ਕਹਿੰਦਾ ਕਿ ਨਹੀਂ ਜੀ, ਇਹਨੂੰ ਯੂਟੀ ਹੀ ਬਣਾ ਕੇ ਰੱਖੋ। ਹਾਂਜੀ, ਤਾਂ ਇਸ ਕਰਕੇ ਜੇ ਅੱਜ ਮੰਨ ਲਓ ਕਿ ਪ੍ਰਾਈਮ ਮਿਨਿਸਟਰ ਆ ਕੇ ਕਰ ਜਾਂਦੇ ਐਲਾਨ, ਤਾਂ ਕੱਲ੍ਹ ਨੂੰ ਉਹ ਹਰਿਆਣੇ ਨੂੰ ਫਿਰ ਕੀ ਜਵਾਬ ਦੇਣਗੇ? ਕੀ ਹਰਿਆਣਾ ਲਈ ਨਵੀਂ ਉਹਦੇ ਲਈ ਉਹਨੂੰ ਕਹਿਣਗੇ ਕਿ ਵੀ ਤੁਸੀਂ ਰਾਜਧਾਨੀ ਆਪਣੀ ਨਵੀਂ ਬਣਾਓ, ਅਸੀਂ ਤੁਹਾਨੂੰ ਨਵਾਂ ਪੈਸਾ ਦਿੰਦੇ ਹਾਂ? ਇਸੇ ਤਰ੍ਹਾਂ ਚੰਡੀਗੜ੍ਹ ਦੇ ਲੋਕਾਂ ਨੂੰ ਕੀ ਜਵਾਬ ਦੇਣਗੇ? ਬਹੁਤ ਸਾਰੇ ਲੋਕ ਇਸ ਤਰ੍ਹਾਂ ਦੀ ਚੀਜ਼ਾਂ ਬਣ ਜਾਂਦੀਆਂ ਨੇ ਵੀ ਜਿੱਥੇ ਤੁਸੀਂ ਇੱਕ ਸੈਕਸ਼ਨ ਨੂੰ ਜਦੋਂ ਫਾਇਦਾ ਦਿੰਦੇ ਹੋ ਤਾਂ ਦੂਸਰਾ ਆਪਣੇ ਆਪ ਨਾਰਾਜ਼ ਹੋ ਜਾਂਦਾ। ਤਾਂ ਇਹ ਜਿਹੜਾ ਚੰਡੀਗੜ੍ਹ ਹੈਗਾ, ਜਾਂ ਪਾਣੀਆਂ ਦੇ ਮਸਲੇ ਨੇ, ਜਾਂ ਪੰਜਾਬੀ ਬੋਲਦੇ ਇਲਾਕਿਆਂ ਦੇ ਮਸਲੇ ਨੇ, ਸਾਰੇ ਹੀ ਇੱਦਾਂ ਦੇ ਨੇ ਜਿਸ 'ਚੋਂ ਇੱਕ ਧਿਰ ਨੂੰ ਅਗਰ ਖੁਸ਼ ਕਰੋਗੇ ਤਾਂ ਦੂਜੀ ਧਿਰ ਨਾਰਾਜ਼ ਹੋ ਜਾਏਗੀ। ਹਾਂਜੀ, ਜਦੋਂ ਵੀ ਕਿਸੇ ਧਿਰ ਦਾ ਇਲੈਕਸ਼ਨ ਹੁੰਦਾ ਹੈ ਤਾਂ ਇਹ ਕਹਿ ਦਿੰਦਾ ਕਿ ਇਹ ਪੰਜਾਬ ਨੂੰ ਮਿਲੇਗਾ। ਜਿਵੇਂ ਹੁਣ ਹੈ, ਹੁਣ ਪੰਜਾਬ ਦਾ ਇਲੈਕਸ਼ਨ ਚੱਲ ਰਿਹਾ, ਤਾਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ, ਚਰਚਾਵਾਂ ਚਲਾਈਆਂ ਜਾ ਰਹੀਆਂ ਨੇ ਕਿ ਜੀ ਪ੍ਰਾਈਮ ਮਿਨਿਸਟਰ ਇਹ ਕਰ ਸਕਦਾ ਹੈ, ਵੀ ਉਹ ਇੱਥੇ ਆ ਕੇ ਐਲਾਨ ਕਰਦੇ। ਕਿਉਂ? ਇਲੈਕਸ਼ਨ ਸਾਹਮਣੇ ਹੈ ਔਰ ਬੀਜੇਪੀ ਪਹਿਲੀ ਵਾਰ ਐਂਟਾਇਰ ਪੰਜਾਬ ਦੇ ਵਿੱਚ ਲੜੇਗੀ। ਹਾਂਜੀ, ਤਾਂ ਇਸ ਕਰਕੇ ਇਸ ਤਰ੍ਹਾਂ ਦੀ ਗੱਲਾਂ ਚਲਾਈਆਂ। ਦੇਖੋ ਜੀ, ਇਹ ਕਦੇ ਕੋਈ ਮਸਲਾ ਹੱਲ ਨਹੀਂ ਹੋਇਆ, ਬੀਜੇਪੀ ਆਈ ਉਹਨੇ ਹੱਲ ਕਰਤਾ, ਇਸ ਤਰ੍ਹਾਂ ਦੀ ਇੱਕ ਚਰਚਾ ਚਲਾਈ ਜਾ ਰਹੀ ਹੈ। ਸੋ ਮੈਨੂੰ ਇਹ ਲੱਗਦਾ ਕਿ ਜਿਉਂ ਹੀ ਇਹ ਇਲੈਕਸ਼ਨ ਖਤਮ ਹੋਣਗੇ ਇਹ ਮੁੱਦਾ ਵੀ ਖਤਮ ਹੋ ਜਾਣਾ, ਇਹਦੇ ਉੱਤੇ ਕੋਈ ਗੱਲ ਨਹੀਂ ਹੋਣੀ। ਤੁਸੀਂ ਮੈਨੂੰ ਇਹ ਸਮਝਾਓ ਕਿ ਹਰ ਸਾਲ ਪੰਜਾਬ ਦਾ ਜਦੋਂ ਗਵਰਨਰ ਐਡਰੈਸ ਪੇਸ਼ ਹੁੰਦਾ ਹੈ ਉਹਦੇ ਵਿੱਚ ਇਹ ਗੱਲ ਹੁੰਦੀ ਹੈ। ਅੱਜ ਤੋਂ ਨਹੀਂ, ਜੇ ਤੁਸੀਂ 1966 ਤੋਂ ਲੈ ਕੇ ਹੁਣ ਤੱਕ ਦੇਖ ਲਓ, ਹਰ ਵਾਰੀ ਇਹ ਇਸ਼ੂ ਆਉਂਦਾ ਹੈ ਕਿ ਜੀ ਚੰਡੀਗੜ੍ਹ ਪੰਜਾਬ ਲਈ ਲਿਆ ਜਾਏਗਾ, ਉਹਦੇ ਲਈ ਕਾਨੂੰਨੀ ਲੜਾਈ ਲੜੀ ਜਾਏਗੀ, ਸਿਧਾਂਤਿਕ ਲੜਾਈ ਲੜੀ ਜਾਏਗੀ। ਇਸੇ ਤਰ੍ਹਾਂ ਹੀ ਪੰਜਾਬੀ ਬੋਲਦੇ ਇਲਾਕੇ ਲਏ ਜਾਣਗੇ, ਇਸੇ ਤਰ੍ਹਾਂ ਹੀ ਜਿਹੜੇ ਨਦੀਆਂ ਦਾ ਪਾਣੀ ਹੈ ਉਹ ਪੰਜਾਬ ਨੂੰ ਹੀ ਮਿਲੇਗਾ, ਅਸੀਂ ਕਿਸੇ ਹੋਰ ਨੂੰ ਨਹੀਂ ਦੇਵਾਂਗੇ। ਇਸ ਤਰ੍ਹਾਂ ਦੇ ਚੱਲਦੇ ਹੈ। ਪਰ ਕੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੋਈ ਹੈ? ਕੋਈ ਤੁਸੀਂ ਚਿੱਠੀ ਲਿਖੀ ਹੈ? ਇੱਕ ਚਿੱਠੀ ਤੱਕ ਵੀ ਨਹੀਂ ਲਿਖਦੇ। ਤਾਂ ਇਸ ਕਰਕੇ ਮੈਂ ਬਾਰ-ਬਾਰ ਇਹ ਗੱਲ ਕਰ ਰਿਹਾ ਵੀ ਇਹ ਇਸ਼ੂ ਜਿਹੜੇ ਨੇ ਟੋਟਲ ਰਸਮ ਅਦਾਇਗੀਆਂ ਨੇ। ਹੁਣ ਵੀ ਰਸਮ ਅਦਾਇਗੀ ਹੁੰਦੀ ਹੈ, ਜਦੋਂ ਵੀ ਇਲੈਕਸ਼ਨ ਆਉਂਦਾ ਉਦੋਂ ਇਹ ਰਸਮ ਅਦਾਇਗੀ ਕੀਤੀ ਹੀ ਜਾਂਦੀ ਹੈ। ਹਾਂ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਵਾਸਤੇ। ਸੋ ਫਿਲਹਾਲ ਦੇ ਲਈ ਸਪੈਸ਼ਲ ਰਿਪੋਰਟ ਦੇ ਵਿੱਚ ਇੰਨਾ ਹੀ, ਭਲਕੇ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਧੰਨਵਾਦ।